ਹੁਣ ਸੰਤ ਕੀ ਕਰਦੇ ਐ, ਗੁਰੂ ਰਹਿਬਰ ਕੀ ਕਰਦੇ ਐ, ਉਹ ਸਾਡੀ ਸੋਚ ਦੇ ਦਾਇਰੇ ਨੂੰ ਇੰਨਾ ਬੜਾ ਕਰ ਦਿੰਦੇ ਹੈ, ਇੰਨਾ ਬੜਾ ਕਰ ਦਿੰਦੇ ਐ ਕਿ ਸਾਡੀ ਸੋਚ ਵੱਧਦੀ 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 ਉਹ ਪ੍ਰਮਾਤਮਾ ਤੱਕ ਪਹੁੰਚ ਜਾਂਦੀ ਹੈ। ਜ਼ਰਾ ਸਮਝਣਾ, ਹੁਣ ਤੁਸੀਂ ਜਿੰਨੇ ਜੀ ਬੈਠੇ ਹੋ, ਸੋਚ ਦਾ ਦਾਇਰਾ ਕਿੱਦਾਂ ਹੈ? ਹੁਣ ਜ਼ਰਾ ਸੋਚ ਕੇ ਦੇਖਣਾ ਕਿ ਬੰਦਾ ਸੋਚ ਦੇ ਦਾਇਰੇ ਅੰਦਰ ਕਿੱਦਾਂ ਵੱਜਾ ਹੈ, ਕਿੱਦਾਂ ਬੰਦਾ ਸੋਚ ਦੇ ਦਾਇਰੇ 'ਚ ਵੱਜਾ ਹੈ। ਜੇ ਤੁਹਾਨੂੰ ਪ੍ਰੇਮ ਕਰਨ ਨੂੰ ਕਿਹਾ ਜਾਵੇ ਕਿ ਪ੍ਰੇਮ ਕਰੋ, ਤਾਂ ਪ੍ਰੇਮ ਵੀ ਬੰਦਾ ਦਾਇਰੇ ਅੰਦਰ ਹੀ ਕਰਦਾ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਦਾਇਰੇ ਅੰਦਰ ਕਿੱਦਾਂ? ਆ ਮੇਰਾ ਰਿਸ਼ਤੇਦਾਰ ਹੈ, ਆ ਮੇਰਾ ਮਿੱਤਰ ਹੈ, ਆ ਮੇਰਾ ਸਾਥੀ ਹੈ, ਆ ਮੇਰੇ ਪਰਿਵਾਰ ਦਾ ਮੈਂਬਰ ਹੈ, ਇਹਨਾਂ ਨੂੰ ਪ੍ਰੇਮ ਕਰਨਾ ਹੈ। ਤਾਂ ਹੀ ਤਾਂ ਕਹਿੰਦੇ ਬੰਦਾ ਹਰ ਜਗ੍ਹਾ ਇੱਕ ਦਾਇਰਾ ਲੈ ਕੇ ਤੁਰਦਾ ਹੈ। ਪਰ ਜਦੋਂ ਪ੍ਰਮਾਤਮਾ ਦੀ ਗੱਲ ਆਉਂਦੀ ਹੈ ਤਾਂ ਪ੍ਰਮਾਤਮਾ ਕਦੀ ਨਹੀਂ ਕਹਿੰਦਾ ਕਿ ਮੈਂ ਸਿਰਫ ਇਹਨੂੰ ਪ੍ਰੇਮ ਕਰਨਾ ਹੈ, ਮੈਂ ਸਿਰਫ ਇਨਸਾਨ ਨੂੰ ਪ੍ਰੇਮ ਕਰਨਾ, ਪਸ਼ੂਆਂ ਨੂੰ ਨਹੀਂ ਕਰਨਾ, ਪੇੜਾਂ ਨੂੰ ਨਹੀਂ ਕਰਨਾ, ਪੌਦਿਆਂ ਨੂੰ ਨਹੀਂ ਕਰਨਾ। ਜੇ ਪ੍ਰਮਾਤਮਾ ਨੂੰ ਦੇਖੋ ਤਾਂ ਉਹ ਸਾਰੇ ਦਾਇਰੇ ਤੋਂ ਬਾਹਰ ਹੈ। ਤਾਂ ਹੀ ਤੁਹਾਨੂੰ ਅਸੀਮ ਕਿਹਾ ਹੈ। ਇਸ ਲਈ ਸੰਤ ਵੀ ਸਾਡੀ ਸੀਮਾ ਨੂੰ ਤੋੜਦੇ ਐ ਕਿ ਭਾਈ ਆ ਜਿਹੜੀ ਪ੍ਰੇਮ ਦੀ ਵੀ ਸੀਮਾ ਬਣਾਈ ਹੈ ਨਾ, ਇਹਨੂੰ ਤੋੜ। ਜਿੱਦਾਂ ਪ੍ਰਮਾਤਮਾ ਸਭ ਨੂੰ ਪ੍ਰੇਮ ਕਰਦਾ ਹੈ, ਤੂੰ ਵੀ ਸਭ ਨਾਲ ਪ੍ਰੇਮ ਕਰ। ਜਿੱਦਾਂ ਪ੍ਰਭੂ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਤੂੰ ਵੀ ਸਭ ਨਾਲ, ਜਰਾ ਗੌਰ ਕਰ, ਤੂੰ ਵੀ ਸਭ ਨਾਲ ਪ੍ਰੇਮ ਕਰਕੇ ਤੇਰੇ ਦਿਲ 'ਚ ਕਿਸੇ ਵਾਸਤੇ ਨਫ਼ਰਤ ਨਾ ਹੋਵੇ। ਕਿਉਂਕਿ ਜਦੋਂ ਤੂੰ ਇੱਕ ਨੂੰ ਪ੍ਰੇਮ ਕਰਦਾ ਹੈ, ਦੂਜੇ ਨੂੰ ਨਫ਼ਰਤ ਕਰਦਾ ਹੈ, ਤੇ ਇਹਦਾ ਮਤਲਬ ਤੂੰ ਆਪਣੀ ਸਮਝ ਦਾ ਇੱਕ ਦਾਇਰਾ ਬਣਾ ਲਿਆ ਕਿ ਇਹ ਤੋਂ ਬਾਹਰ ਮੈਂ ਜਾਣਾ ਹੀ ਨਹੀਂ। ਉੱਥੋਂ ਹੀ ਸਾਡਾ ਕਨੈਕਸ਼ਨ ਪ੍ਰਮਾਤਮਾ ਨਾਲੋਂ ਟੁੱਟ ਜਾਂਦਾ ਹੈ। ਸਮਝ ਆ ਰਹੀ ਹੈ ਸਾਡੀ ਗੱਲ? ਪ੍ਰਮਾਤਮਾ ਨਾਲੋਂ ਕਨੈਕਸ਼ਨ ਪ੍ਰਮਾਤਮਾ ਨਹੀਂ ਤੋੜਦਾ, ਪ੍ਰਮਾਤਮਾ ਨਾਲੋਂ ਕਨੈਕਸ਼ਨ ਬੰਦਾ ਆਪ ਤੋੜਦਾ ਹੈ ਆਪਣੀ ਇੱਕ ਸੀਮਾ ਬਣਾ ਕੇ ਕਿ ਇਹ ਤੋਂ ਬਾਹਰ ਮੈਂ ਕਰ ਨਹੀਂ ਸਕਦਾ। ਇਸ ਲਈ ਜ਼ਰਾ ਸੋਚ ਕੇ ਦੇਖੋ ਕਿ ਜਦੋਂ ਕੋਈ ਭਲਾਈ ਦਾ ਕੰਮ ਆਂਦਾ ਹੈ ਕਿ ਭਲਾ ਕਰੋ, ਤਾਂ ਬੰਦਾ ਕੀ ਕਹਿੰਦਾ ਹੈ? ਮੈਂ ਤਾਂ ਉਹਦਾ ਹੀ ਭਲਾ ਕਰਨਾ ਜਿਹੜਾ ਮੇਰਾ ਭਲਾ ਕਰੇਗਾ। ਹੋ ਜਾਂਦਾ ਕਿ ਨਹੀਂ? ਪਹਿਲਾਂ ਉਹਨਾਂ ਮੈਨੂੰ ਕੀ ਦਿੱਤਾ, ਪਹਿਲਾਂ ਮੈਂ ਦੇਖਣਾ, ਫਿਰ ਮੈਂ ਉਹਦਾ ਭਲਾ ਕਰੂੰ। ਜੇ ਉਹਨਾਂ ਮੇਰਾ ਕਦੀ ਭਲਾ ਨਹੀਂ ਕੀਤਾ ਤਾਂ ਮੈਂ ਕਿਉਂ ਨਾ ਕਰਾਂ? ਜਿਹੜਾ ਘਰ ਦੇ ਵਿੱਚ ਵੀ ਕਈ ਵਾਰ ਹੋ ਜਾਂਦਾ ਨਾ, ਜੇ ਉਹ ਨਹੀਂ ਪਿਆਰ ਨਾਲ ਬੋਲਦਾ ਮੈਂ ਕਿਉਂ ਬੋਲਾਂ? ਜੇ ਉਹ ਨਹੀਂ ਮਾਫੀ ਮੰਗਦਾ ਮੈਂ ਕਿਉਂ ਮੰਗਾ? ਜੇ ਉਹ ਨਹੀਂ ਨਿਮਰਤਾਵਾਨ ਤਾਂ ਮੈਂ ਕਿਉਂ ਉਹਦੇ ਅੱਗੇ ਸਿਰ ਝੁਕਾਵਾਂ? ਯਾਨੀ ਬੰਦਾ ਹਮੇਸ਼ਾ ਆਪਣੇ ਦਾਇਰੇ ਬਣਾ ਲੈਂਦਾ ਹੈ। ਤਾਂ ਜ਼ਰਾ ਸੋਚ ਕੇ ਦੇਖੋ, ਜੇ ਇਦਾਂ ਦੀਆਂ ਸ਼ਰਤਾਂ ਪ੍ਰਮਾਤਮਾ ਰੱਖਦਾ, ਜਿੱਦਾਂ ਤੁਸੀਂ ਕਹਿੰਦੇ ਹੋ ਜੇ ਉਹ ਨਹੀਂ ਭਲਾ ਕਰਦਾ, ਉਹ ਨਹੀਂ ਮੇਰੇ ਬਾਰੇ ਸੋਚਦਾ, ਤਾਂ ਮੈਂ ਉਹਦੇ ਬਾਰੇ ਕਿਉਂ ਸੋਚਾਂ? ਕਈ ਵਾਰ ਬੰਦਾ ਕਹਿ ਦਿੰਦਾ ਕਿ ਨਹੀਂ, ਜਦ ਉਹ ਨਹੀਂ ਮੇਰੀ ਫਿਕਰ ਕਰਦਾ ਮੈਂ ਕਿਉਂ ਕਰਾਂ? ਤਾਂ ਜੇ ਪ੍ਰਮਾਤਮਾ ਸੋਚਦਾ ਕਿ ਇਹ ਦੁਨੀਆ ਮੇਰੀ ਫਿਕਰ ਨਹੀਂ ਕਰਦੀ ਤੇ ਇਹਦੀ ਫਿਕਰ ਮੈਂ ਕਿਉਂ ਕਰਾਂ, ਤਾਂ ਦੁਨੀਆ ਕਦੋਂ ਦੀ ਖਤਮ ਹੋ ਜਾਣੀ ਸੀ। ਕਿਉਂਕਿ ਕਿੰਨੀ ਕੁ ਤੁਸੀਂ ਰੱਬ ਦੀ ਫਿਕਰ ਕਰਦੇ ਹੋ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਬੰਦੇ ਨੂੰ ਰੱਬ ਨਾਲੋਂ ਜ਼ਿਆਦਾ ਆਪਣੇ ਕੱਪੜਿਆਂ ਦੀ, ਆਪਣੇ ਘਰ ਦੇ ਸਾਜੋ ਸਮਾਨ ਦੀ ਫਿਕਰ ਹੁੰਦੀ ਹੈ। ਸਮਝਦੇ ਹੋ ਕਿ ਨਹੀਂ? ਇਹ ਗੱਲ ਅੱਛੀ ਤਰ੍ਹਾਂ ਯਾਦ ਰੱਖਣਾ। ਕਈ ਵਾਰ ਬੰਦਾ ਕਹਿ ਦਿੰਦਾ ਹੈ ਮੈਨੂੰ ਪ੍ਰਮਾਤਮਾ ਨਾਲ ਬਹੁਤ ਪਿਆਰ ਹੈ, ਪਰ ਜਦੋਂ ਗੱਲ ਆਪਣੇ ਜੀਵਨ ਦੀ ਆਂਦੀ ਹੈ, ਆਪਣੇ ਜੀਵਨ ਨਾਲ ਜੁੜੀਆਂ ਚੀਜ਼ਾਂ ਦੀ ਆਂਦੀ ਹੈ, ਉਦੋਂ ਰੱਬ ਪਿੱਛੇ ਹੋ ਜਾਂਦਾ ਤੇ ਚੀਜ਼ਾਂ ਪਹਿਲਾਂ ਆ ਜਾਂਦੀਆਂ। ਤਾਂ ਹੀ ਤਾਂ ਬੰਦੇ ਦੀ ਛੋਟੀ ਛੋਟੀ ਬੇਨਤੀ ਪੂਰੀ ਨਾ ਕਰੇ ਰੱਬ, ਛੋਟੀ ਛੋਟੀ ਫਰਿਆਦ ਪੂਰੀ ਨਾ ਕਰੇ, ਤਾਂ ਬੰਦਾ ਰੱਬ ਨੂੰ ਹੀ ਦੋਸ਼ ਦੇਣਾ ਸ਼ੁਰੂ ਕਰ ਦਿੰਦਾ ਹੈ ਕਿ ਹੈ ਹੀ ਨਹੀਂ ਰੱਬ, ਹੈ ਹੀ ਨਹੀਂ ਕੋਈ ਭਗਵਾਨ, ਕਿਉਂਕਿ ਮੇਰੀ ਸੁਣਦਾ ਤਾਂ ਹੈ ਨਹੀਂ। ਆਪਣੀਆਂ ਛੋਟੀ ਛੋਟੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਦੀ ਖਾਤਰ ਅਸੀਂ ਰੱਬ ਨੂੰ ਬੇਨਤੀ ਕਰਦੇ ਹਾਂ, ਜੇ ਨਹੀਂ ਪੂਰੀ ਹੁੰਦੀ ਤਾਂ ਅਸੀਂ ਉਹਨੂੰ ਭੁੱਲ ਕੇ ਬਹਿ ਜਾਂਦੇ ਹਾਂ। ਤਾਂ ਜੇ ਉਸ ਲਈ ਰੱਬ ਵੀ ਕਵੇ ਜਾਂ ਤੂੰ ਮੇਰੀ ਫਿਕਰ ਨਹੀਂ ਕਰਦਾ ਤਾਂ ਮੈਂ ਤੇਰੀ ਫਿਕਰ ਕਿਉਂ ਕਰਾਂ? ਜੇ ਤੂੰ ਮੈਨੂੰ ਯਾਦ ਨਹੀਂ ਕਰਦਾ ਤਾਂ ਮੈਂ ਤੈਨੂੰ ਕਿਉਂ ਦੇਵਾਂ? ਤਾਂ ਦੁਨੀਆ ਕਦੋਂ ਦੀ ਮਿਟ ਜਾਂਦੀ ਹੈ। ਪਰ ਪ੍ਰਮਾਤਮਾ ਨੂੰ ਇਹਦੇ ਨਾਲ ਮਤਲਬ ਨਹੀਂ ਹੈ। ਉਹ ਕਹਿੰਦਾ ਤੂੰ ਮੇਰੀ ਫਿਕਰ ਕਰ ਜਾਂ ਨਾ ਕਰ, ਮੈਂ ਤੇਰੀ ਫਿਕਰ ਕਰਨੀ ਹੈ। ਤੂੰ ਮੈਨੂੰ ਯਾਦ ਕਰ ਜਾਂ ਨਾ ਕਰ, ਮੈਂ ਤੈਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਨੀ ਹੈ। ਇਸ ਲਈ ਇਹੀ ਪ੍ਰਮਾਤਮਾ, ਇਹੀ ਭਗਵਾਨ, ਇਹੀ ਪ੍ਰਭੂ, ਇਹੀ ਹਰੀ ਦੇ ਘਰ ਦਾ ਨਿਯਮ ਹੈ। ਜਦੋਂ ਅਸੀਂ ਵੀ ਇਹ ਨਿਯਮ ਨੂੰ ਸਮਝ ਲੈਂਦੇ ਹਾਂ ਤਾਂ ਫਿਰ ਸਾਡੀ ਸੋਚ ਪ੍ਰਮਾਤਮਾ ਦੀ ਸੋਚ ਨਾਲ ਜੁੜਨੀ ਸ਼ੁਰੂ ਹੋ ਜਾਂਦੀ ਹੈ। ਸਮਝ ਰਹੇ ਹੋ ਕਿ ਨਹੀਂ? ਫਿਰ ਸਾਡੀ ਸੋਚ ਜੁੜਨੀ ਸ਼ੁਰੂ ਹੋ ਜਾਂਦੀ ਹੈ। ਤਾਂ ਹੀ ਤਾਂ ਸੱਚੇ ਸੰਤ ਗੁਰੂ ਰਹਿਬਰ ਸਾਨੂੰ ਸਾਰੇ ਬੰਧਨਾਂ ਤੋਂ ਮੁਕਤ ਕਰਦੇ ਆ। ਉਹ ਕਹਿੰਦੇ ਜਾਤੀ ਦੇ ਬੰਧਨ ਚੋਂ ਨਿਕਲੋ, ਧਰਮਾਂ ਦੇ ਬੰਧਨ ਚੋਂ ਨਿਕਲੋ, ਊਚ ਨੀਚ ਭੇਦਭਾਵ ਦੇ ਬੰਧਨਾਂ ਚੋਂ ਨਿਕਲੋ। ਕਿਉਂਕਿ ਜਦ ਪ੍ਰਮਾਤਮਾ ਕਿਸੇ ਨਾਲ ਫਰਕ ਨਹੀਂ ਕਰਦਾ ਤਾਂ ਤੁਸੀਂ ਦਿਲਾਂ 'ਚ ਫਰਕ ਲੈ ਕੇ ਕਿਉਂ ਬੈਠੇ ਹੋ? ਸਭ ਨੂੰ ਪ੍ਰੇਮ ਕਰੋ, ਸਭ ਨਾਲ ਪਿਆਰ ਕਰੋ। ਇਹੀ ਤਾਂ ਗੁਰੂ ਘਰ ਦਾ ਨਿਯਮ ਹੈ, ਇਹੀ ਤਾਂ ਗੁਰੂਆਂ ਰਹਿਬਰਾਂ ਦਾ, ਪ੍ਰਮਾਤਮਾ ਦੇ ਪਿਆਰਿਆਂ ਦਾ ਨਿਯਮ ਹੈ ਕਿ ਸਭ ਨਾਲ ਪ੍ਰੇਮ ਕਰਨਾ ਹੀ ਪ੍ਰਮਾਤਮਾ ਨਾਲ ਜੁੜਨ ਦਾ ਇੱਕ ਮਾਰਗ ਹੈ। ਜਿਨ ਪ੍ਰੇਮ ਕੀਓ। ਹੁਣ ਜ਼ਰਾ ਹੁਣ ਗੌਰ ਕਰੋ ਕਿ ਪ੍ਰੇਮ ਕਰਨ ਵਾਲੇ ਹੀ ਪ੍ਰਮਾਤਮਾ ਤੱਕ ਪਹੁੰਚਦੇ ਹੈ। ਜੇ ਹੁਣ ਗੁਰੂਆਂ ਰਹਿਬਰਾਂ ਦੀ ਬਾਣੀ ਨੂੰ ਪੜ੍ਹ ਕੇ ਦੇਖੀਏ, ਜਾਂ ਸ਼੍ਰੀ ਗੁਰੂ ਰਵਿਦਾਸ ਜੀ ਨੇ ਇੱਕ ਗੱਲ ਕਹੀ ਹੈ, ਬੜੀ ਪਿਆਰੀ ਗੱਲ ਕਹੀ ਹੈ
ਕਿ ਉਹ ਕਹਿੰਦੇ ਇਦਾਂ ਦਾ ਮੈਨੂੰ ਰਾਜ ਚਾਹੀਦਾ ਹੈ ਜਿੱਥੇ ਸਾਰੇ ਇੱਕ ਬਰਾਬਰ ਵਸਣ। ਕਿਹਾ ਕਿ ਨਹੀਂ ਕਿ ਐਸਾ ਚਾਹੂੰ ਰਾਜ ਮੈਂ ਮਿਲੇ ਸਭਨ ਕੋ ਅੰਨ। ਛੋਟਾ ਬੜਾ, ਹੁਣ ਇੱਥੇ ਦੇਖੋ ਗੱਲ ਛੋਟੇ ਬੜੇ ਦੀ ਕਰ ਰਹੇ ਹੈ, ਕਿਉਂਕਿ ਜਿਸ ਸਮੇਂ ਸ਼੍ਰੀ ਗੁਰੂ ਰਵਿਦਾਸ ਜੀ ਇਹ ਸੰਸਾਰ ਤੇ ਵਿਉਤੀ ਤੌਰ ਤੇ ਮੌਜੂਦ ਸੀ, ਸਭ ਨੂੰ ਗਿਆਨ ਦੇ ਨਾਲ ਭਰਪੂਰ ਕਰ ਰਹੇ ਸੀ, ਤਾਂ ਉਸ ਵੇਲੇ ਉਹਨਾਂ ਨੇ ਦੇਖਿਆ ਉਹ ਸਮੇਂ ਊਚ ਨੀਚ ਜਾਤ ਪਾਤ ਦੇ ਬੜੇ ਭੇਦਭਾਵ ਹੁੰਦੇ ਸੀ, ਅਮੀਰੀ ਗਰੀਬੀ ਦਾ ਬੜਾ ਫਰਕ ਹੁੰਦਾ ਸੀ, ਲੋਕ ਇੱਕ ਦੂਜੇ ਨੂੰ ਦੇਖਣਾ ਪਸੰਦ ਨਹੀਂ ਕਰਦੇ ਸੀ, ਇੱਕ ਦੂਜੇ ਕੋਲ ਖੜਨਾ ਪਸੰਦ ਨਹੀਂ ਕਰਦੇ ਸੀ। ਔਰ ਐਸੇ ਸਮੇਂ ਗੁਰੂਆਂ ਨੇ ਕੀ ਵਾਕ ਕਿਹਾ, ਉਹ ਕਹਿੰਦੇ ਦੂਜਾ ਕੋਈ ਸਮਝੇ ਨਾ ਸਮਝੇ, ਪਰ ਜੋ ਮੈਨੂੰ ਮੰਨਣ ਵਾਲਾ ਹੈ, ਜੋ ਮੇਰੇ ਨਾਲ ਪ੍ਰੇਮ ਕਰਨ ਵਾਲਾ ਹੈ, ਉਹ ਜ਼ਰੂਰ ਸਮਝੇਗਾ ਕਿ ਉਹਦੇ ਦਿਲ 'ਚ ਕਿਸੇ ਵਾਸਤੇ ਕੋਈ ਭੇਦਭਾਵ ਨਹੀਂ ਰਹੇਗਾ, ਉਹਦੇ ਕੋਲ ਉੱਚਾ ਆ ਜਾਏਗਾ, ਉਹਦੇ ਕੋਲ ਨੀਵਾਂ ਆ ਜਾਏਗਾ, ਵੱਡਾ ਆ ਜਾਏਗਾ, ਛੋਟਾ ਆ ਜਾਏਗਾ, ਉਹ ਸਭ ਨੂੰ ਪ੍ਰੇਮ ਕਰੇਗਾ। ਹੁਣ ਪਰਮਾਤਮਾ ਨੂੰ ਕੋਈ ਪੁੱਛੇ, ਹੁਣ ਇੱਕ ਗੱਲ ਦਾ ਜਵਾਬ ਦੇਣਾ ਸਾਨੂੰ, ਦਓਗੇ ਕਿ ਨਹੀਂ? ਹੁਣ ਇੱਕ ਗੁਲਾਬ ਦਾ ਫੁੱਲ ਔਰ ਇੱਕ ਕਮਲ ਦਾ ਫੁੱਲ, ਇੱਕ ਚੰਪਾ ਦਾ ਫੁੱਲ, ਇੱਕ ਚਮੇਲੀ ਦਾ ਫੁੱਲ, ਔਰ ਇੱਕ ਛੋਟਾ ਜਿਹਾ ਘਾਹ 'ਚ ਲੱਗਿਆ ਹੋਇਆ ਚਿੱਟਾ ਜਿਹਾ ਫੁੱਲ ਹੁੰਦਾ ਨਾ, ਘਾਹ ਤੇ ਲੱਗਦਾ ਹੈ, ਇੱਕ ਛੋਟਾ ਜਿਹਾ ਘਾਹ ਦਾ ਫੁੱਲ ਹੈ। ਹੁਣ ਸਾਰੇ ਫੁੱਲ ਰੱਖੇ ਹੋਏ ਹੈ, ਤਾਂ ਕੋਈ ਰੱਬ ਨੂੰ ਪੁੱਛੇ ਰੱਬਾ ਦੱਸ ਤੈਨੂੰ ਜ਼ਿਆਦਾ ਕਿੰਨਾ ਪਿਆਰ ਹੈ, ਤਾਂ ਫਿਰ ਰੱਬ ਕਿਹਦੇ ਨਾਲ ਕਹੇਗਾ? ਬੰਦੇ ਨੂੰ ਕੋਈ ਪੁੱਛੇ, ਬੰਦਾ ਕਹਿੰਦਾ ਮੈਨੂੰ ਗੁਲਾਬ ਪਸੰਦ ਹੈ, ਕੋਈ ਕਹੇਗਾ ਮੈਨੂੰ ਕਮਲ ਪਸੰਦ ਹੈ। ਇੱਥੇ ਵੀ ਬੰਦੇ ਨੇ ਆਪਣੀ ਸੋਚ ਦੀ ਹੱਦ ਬਣਾਈ ਹੋਈ ਹੈ, ਮੈਂ ਤਾਂ ਗੁਲਾਬ ਦਾ ਫੁੱਲ ਪਸੰਦ ਕਰਦਾ, ਬਾਕੀ ਫੁੱਲ ਮੈਨੂੰ ਪਸੰਦ ਹੈ ਨਹੀਂ, ਮੈਂ ਤਾਂ ਆਹ ਫੁੱਲ ਨੂੰ ਪਸੰਦ ਕਰਦਾ। ਇਹ ਜਿੱਦਾਂ ਬੰਦਾ ਕਹਿ ਦਿੰਦਾ ਕਿ ਆਹ ਚੀਜ਼ ਨੂੰ ਮੈਂ ਪਸੰਦ ਕਰਦਾ ਆ, ਹੋਰ ਚੀਜ਼ਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ। ਯਾਨੀ ਕਿਤੇ ਨਾ ਕਿਤੇ ਹਰ ਜਗ੍ਹਾ ਬੰਦੇ ਨੇ ਆਪਣੀ ਸੋਚ ਦੀ ਸੀਮਾ ਬਣਾਈ ਹੋਈ ਹੈ। ਹੁਣ ਅਸੀਂ ਤੁਹਾਨੂੰ ਪੁੱਛ ਰਹੇ ਹਾਂ, ਤੁਸੀਂ ਦੱਸੋ, ਜੇ ਪ੍ਰਮਾਤਮਾ ਨੂੰ ਕੋਈ ਪੁੱਛੇ ਰੱਬਾ ਦੱਸ ਤੈਨੂੰ ਇਹ 5 ਫੁੱਲਾਂ ਚੋਂ, ਫੁੱਲ ਤਾਂ ਬਹੁਤ ਹੈ ਪਰ ਇੱਥੇ 5 ਦੀ ਗੱਲ ਕਰ ਰਹੇ ਹਾਂ ਅਸੀਂ, ਗੁਲਾਬ ਹੋ ਗਿਆ, ਕਮਲ ਹੋ ਗਿਆ, ਚੰਪਾ ਹੋ ਗਈ, ਚਮੇਲੀ ਹੋ ਗਈ 4, ਔਰ 5ਵਾਂ ਹੋ ਗਿਆ ਘਾਹ ਦਾ ਨਿੱਕਾ ਜਿਹਾ ਫੁੱਲ, ਜਿਹਨੂੰ ਸ਼ਾਇਦ ਤੁਸੀਂ ਕਦੀ ਗੌਰ ਨਾਲ ਦੇਖਿਆ ਵੀ ਨਾ ਹੋਵੇ, ਪਰ ਪ੍ਰਮਾਤਮਾ ਉਹਨੂੰ ਵੀ ਦੇਖ ਰਿਹਾ ਹੈ, ਬਣਾ ਰਿਹਾ ਹੈ। ਹੁਣ ਕੋਈ ਭਗਵਾਨ ਨੂੰ ਪੁੱਛੇ, ਉਹ ਹਰੀ ਨੂੰ ਪੁੱਛੇ ਰੱਬਾ ਦੱਸ ਤੈਨੂੰ ਕਿਹੜਾ ਫੁੱਲ ਚੰਗਾ ਲੱਗਦਾ ਹੈ, ਤਾਂ ਰੱਬ ਕੀ ਜਵਾਬ ਦੇਵੇਗਾ? ਰੱਬ ਕਹੇਗਾ ਮੈਨੂੰ ਗੁਲਾਬ ਚੰਗਾ ਲੱਗਦਾ ਹੈ। ਤਾਂ ਜੇ ਹੁਣ ਰੱਬ ਕਵੇ, ਫਰਜ਼ ਕਰੋ ਅਸੀਂ ਰੱਬ ਨੂੰ ਪੁੱਛੀਏ ਰੱਬਾ ਦੱਸ ਤੈਨੂੰ ਕਿਹੜਾ ਫੁੱਲ ਚੰਗਾ ਲੱਗਦਾ, ਤਾਂ ਰੱਬ ਸਾਨੂੰ ਕਵੇ ਨਾ ਮੈਨੂੰ ਗੁਲਾਬ ਚੰਗਾ ਲੱਗਦਾ, ਤੇ ਅਸੀਂ ਪਤਾ ਕੀ ਕਹਿਣਾ ਹੈ? ਜੇ ਗੁਲਾਬ ਚੰਗਾ ਲੱਗਦਾ ਤਾਂ ਕਮਲ ਕਿਉਂ ਬਣਾਇਆ ਸੀ? ਕਿਉਂਕਿ ਬਣਾਉਣ ਵਾਲਾ ਤਾਂ ਤੂੰ ਹੀ ਹੈ ਨਾ। ਜੇ ਇਹ ਚੀਜ਼ ਚੰਗੀ ਲੱਗੀ ਤਾਂ ਉਹ ਕਿਉਂ ਬਣਾਇਆ? ਜੇ ਨਹੀਂ ਚੰਗੀ ਸੀ, ਹੁਣ ਬੰਦੇ ਨੂੰ ਘਰ ਦੇ ਵਿੱਚ ਇੱਕ ਚੀਜ਼ ਨਹੀਂ ਚੰਗੀ ਲੱਗਦੀ, ਬੰਦਾ ਕਹਿੰਦਾ ਮੇਰੇ ਘਰ 'ਚ ਇਹ ਚੀਜ਼ ਬਣਨੀ ਨਹੀਂ ਚਾਹੀਦੀ, ਕਹਿ ਦਿੰਦਾ ਕਿ ਨਹੀਂ? ਹੁਣ ਉਦਾਹਰਨ ਲੈ ਲਓ, ਇੱਥੇ ਕਿਸੇ ਸਬਜ਼ੀ ਦਾ ਨਾਮ ਲੈ ਲਓ, ਫਰਜ਼ ਕਰੋ ਕਿਸੇ ਨੂੰ ਬਤਾਊ ਪਸੰਦ ਨਹੀਂ, ਕਿਸੇ ਨੂੰ ਗੋਭੀ ਪਸੰਦ ਨਹੀਂ, ਤਾਂ ਬੰਦਾ ਕਹਿ ਦਿੰਦਾ ਹੋਰ ਜੋ ਮਰਜ਼ੀ ਬਣਾਓ ਭਾਈ, ਗੋਭੀ ਨਾ ਬਣਾਓ, ਮੈਨੂੰ ਇਹ ਪਸੰਦ ਨਹੀਂ, ਮੈਨੂੰ ਬਤਾਊ ਪਸੰਦ ਨਹੀਂ। ਹੁਣ ਜਿਹੜੀ ਚੀਜ਼ ਬੰਦੇ ਨੂੰ ਪਸੰਦ ਨਾ ਹੋਵੇ ਉਹ ਬੰਦਾ ਘਰ 'ਚ ਨਹੀਂ ਬਣਾਉਂਦਾ। ਤਾਂ ਜੇ ਰੱਬ ਕਵੇ ਮੈਨੂੰ ਕਮਲ ਪਸੰਦ ਹੈ ਜਾਂ ਗੁਲਾਬ ਪਸੰਦ ਹੈ, ਤਾਂ ਫਿਰ ਬਾਕੀ ਕਿਉਂ ਬਣਾਏ? ਕਿਉਂ ਬਣਾਏ? ਇਸ ਲਈ ਰੱਬ ਕਦੇ ਵੀ ਇਹ ਗੱਲ ਨਹੀਂ ਕਹੇਗਾ ਕਿ ਮੈਨੂੰ ਕਮਲ ਪਸੰਦ ਹੈ, ਗੁਲਾਬ ਪਸੰਦ ਹੈ, ਚੰਪਾ ਪਸੰਦ ਹੈ, ਚਮੇਲੀ ਪਸੰਦ ਹੈ। ਜਦ ਵੀ ਕੋਈ ਪੁੱਛੇਗਾ ਤਾਂ ਰੱਬ ਦਾ ਕੀ ਜਵਾਬ ਹੋਏਗਾ? ਦੇਖੀਏ, ਤੁਸੀਂ ਦੱਸ ਦਿਓ ਕਿ ਨਹੀਂ? ਜਵਾਬ ਦਿਓ, ਰੱਬ ਕੀ ਕਹੇਗਾ? ਬੋਲ ਕੇ ਦੱਸੋ। ਰੱਬ ਨੇ ਕਹਿਣਾ ਸਾਰੇ ਮੈਂ ਬਣਾਏ ਐ, ਤਾਂ ਮੈਨੂੰ ਸਾਰੇ ਹੀ ਪਸੰਦ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਮੈਂ ਹੀ ਸਭ ਨੂੰ ਪੈਦਾ ਕੀਤਾ, ਮੈਂ ਹੀ ਸਭ ਨੂੰ ਊਰਜਾ ਦਿੱਤੀ, ਊਰਜਾ ਯਾਨੀ ਇੱਕ ਛੋਟੇ ਜਿਹੇ ਬੀਜ ਤੋਂ ਪੌਦਾ ਬਣਾਇਆ, ਮੈਂ ਹੀ ਸਭ ਦੇ ਅੰਦਰ ਰੰਗ ਭਰੇ, ਮੈਂ ਹੀ ਸਭ ਦੇ ਅੰਦਰ ਮਹਿਕ ਭਰੀ, ਮੈਂ ਹੀ ਸਭ ਨੂੰ ਖੂਬਸੂਰਤ ਬਣਾਇਆ। ਹੁਣ ਜਦੋਂ ਮੈਂ ਬਣਾਇਆ ਤਾਂ ਇਹ ਸਾਰੇ ਮੇਰੇ ਪਿਆਰੇ ਆ, ਤਾਂ ਹੀ ਤਾਂ ਮੈਂ ਬਣਾਇਆ। ਜੇ ਮੈਨੂੰ ਪਸੰਦ ਨਾ ਹੁੰਦੇ ਤਾਂ ਨਾ ਮੈਂ ਕਮਲ ਬਣਾਉਣਾ ਸੀ, ਨਾ ਗੁਲਾਬ, ਨਾ ਚੰਪਾ, ਨਾ ਚਮੇਲੀ, ਮੈਂ ਕੁਝ ਵੀ ਨਹੀਂ ਬਣਾਉਣਾ ਸੀ, ਪਰ ਮੈਨੂੰ ਅੱਛਾ ਲੱਗਾ ਤਾਂ ਹੀ ਮੈਂ ਇਹ ਚੀਜ਼ ਬਣਾਈ ਹੈ। ਹੁਣ ਤੁਸੀਂ ਗੌਰ ਕਰੋ, ਤੁਸੀਂ ਫੁੱਲਾਂ ਨੂੰ ਵੀ ਮੈਨੂੰ ਆਹ ਪਸੰਦ ਆ, ਉਹ ਪਸੰਦ ਹੈ ਨਹੀਂ, ਤਾਂ ਬੰਦਿਆਂ ਨੂੰ ਵੀ ਆਹ ਮੈਨੂੰ ਪਸੰਦ ਹੈ, ਉਹ ਮੈਨੂੰ ਪਸੰਦ ਹੈ ਨਹੀਂ, ਆਹ ਮੈਨੂੰ ਚੰਗਾ ਲੱਗਦਾ, ਉਹ ਮੈਨੂੰ ਚੰਗਾ ਨਹੀਂ ਲੱਗਦਾ। ਹੁਣ ਜ਼ਰਾ ਸੋਚ ਕੇ ਦੇਖੋ, ਹੁਣ ਤੁਸੀਂ ਜਿੰਨੇ ਬੈਠੇ ਹੋ ਇੱਥੇ ਬਹੁਤ ਜੀਵ ਇਦਾਂ ਦੇ ਹੋਣਗੇ ਜਿਹੜੇ ਕਹਿਣਗੇ ਉਹ ਨਹੀਂ ਮੈਨੂੰ ਪਸੰਦ, ਪਰ ਅੱਜ ਸਤਸੰਗ ਜਾ ਗਿਆ ਕੋਈ ਗੱਲ ਨਹੀਂ, ਇੱਥੇ ਮਿਲ ਲਿਆ, ਅੱਗੇ ਤੋਂ ਨਹੀਂ ਮਿਲਣਾ ਕਿਤੇ। ਪਰ ਜੇ ਹੁਣ ਇੱਥੇ ਤੁਹਾਨੂੰ ਬੈਠਿਆਂ ਨੂੰ ਦੇਖ ਕੇ ਉਹ ਰੱਬ ਨੂੰ ਪੁੱਛਿਆ ਜਾਵੇ ਕਿ ਰੱਬਾ ਦੱਸ ਤੈਨੂੰ ਇੱਥੋਂ ਕਿਹੜਾ ਬੰਦਾ ਪਸੰਦ ਹੈ, ਕਿਹੜਾ ਇਨਸਾਨ ਪਸੰਦ ਹੈ, ਤਾਂ ਰੱਬ ਦਾ ਕੀ ਜਵਾਬ ਆਏਗਾ? ਮੈਨੂੰ ਉਹ ਪਸੰਦ ਹੈ, ਮੈਨੂੰ ਆਹ ਪਸੰਦ ਹੈ। ਰੱਬ ਨੇ ਕਹਿਣਾ ਨਹੀਂ, ਇਹ ਸਾਰਿਆਂ ਨੂੰ ਮੈਂ ਬਣਾਇਆ, ਮੈਨੂੰ ਸਾਰੇ ਹੀ ਪਸੰਦ ਹੈ, ਸਾਰੇ ਹੀ ਮੈਨੂੰ ਪਸੰਦ ਹੈ, ਤਾਂ ਹੀ ਤਾਂ ਮੈਂ ਬਣਾਏ, ਤਾਂ ਹੀ ਤਾਂ ਮੈਂ ਪੈਦਾ ਕੀਤਾ। ਜੇ ਮੈਨੂੰ ਪਸੰਦ ਨਾ ਹੁੰਦੇ ਤਾਂ ਮੈਂ ਜਨਮ ਹੀ ਕਿਉਂ ਦੇਣਾ ਸੀ? ਪਰ ਹੁਣ ਤੁਹਾਨੂੰ ਪੁੱਛ ਲਓ, ਤੁਸੀਂ ਕਿਸੇ ਨੂੰ ਚੰਗਾ ਕਹਿਣਾ, ਕਿਸੇ ਨੂੰ ਮਾੜਾ ਕਹਿਣਾ ਹੈ। ਮੈਨੂੰ ਆਹ ਚੰਗਾ ਲੱਗਦਾ, ਮੈਨੂੰ ਉਹ ਮਾੜਾ ਲੱਗਦਾ ਹੈ, ਮੈਨੂੰ ਆਹ ਚੀਜ਼ ਪਸੰਦ ਹੈ, ਮੈਨੂੰ ਆਹ ਨਾ ਪਸੰਦ ਹੈ, ਇਹਨੂੰ ਮੈਂ ਬਹੁਤ ਪਿਆਰ ਕਰਦਾ, ਉਹਦੀ ਸ਼ਕਲ ਦੇਖਣਾ ਪਸੰਦ ਨਹੀਂ। ਇਹ ਤੁਹਾਡੀਆਂ ਹੱਦਾਂ ਹੀ ਤੁਹਾਨੂੰ ਤੁਹਾਡੇ ਰੱਬ ਤੋਂ ਦੂਰ ਕਰ ਦਿੰਦੀਆਂ। ਇਸ ਲਈ ਹੱਦਾਂ ਨੂੰ ਮਿਟਾਉਣ ਹੀ ਤਾਂ ਰੱਬ ਨੇ ਸਾਨੂੰ ਭੇਜਿਆ।
कि बड़ियां हद्दां खड़ियां हो गई, हुण जाके तोड़ इन्हां नूं, दस जाके कि सारे मेरे बच्चे है, सारे मेरे प्यारे है, कोई एक दूजे नाल नफरत ना करे, कोई जात पात ऊंच नीच दे भेदभाव अंदर ना रखन। ये दुनिया ते कोई धर्म नहीं, कोई जात नहीं है, ये जिन्ने जातां धर्मां है बंदे दी सोचां नहीं खड़ियां कीतियां, रब दे घर च ये कुछ भी नहीं है, क्योंकि रब ने तो सब नूं इक्को ही ढंग नाल पैदा कीता है। जिन्ने भी दुनिया ते जिन्होंने असीं कहंदे हिंदू मुस्लिम सिख ईसाई या होर धर्म असीं जोड़ दिंदे हां, ते एक गल तुहानूं पुछना चाहांगे, क्योंकि परमात्मा ने अलग अलग जरिया रखिया कि हिंदुआं ने इदां पैदा होना तो मुसलमानां ने उदां, हिंदुआं ने 11 महीने मां के पेट च रहना तो मुसलमान ने 9 महीने रहना है, या सिखां ने इन्नी देर रहना, ईसाइयां ने इन्नी देर रहना है। कोई है किसी वास्ते कानून लागू? हुण जरा गौर करना, अगर देखा जाए सरकारां ने भी सारे वास्ते अलग अलग कानून रखे है कि ईसाइयां दे कानून आए आ तो मुसलमानां दे कानून आए है, सरकारां ने भी देशां ने भी अलग अलग कानून रखे है, पर वो परमात्मा ही एक ऐसा है जिन्हें किसी वास्ते कोई कानून नहीं रखा, वो वास्ते सब कुछ लागू होंदा है। जे गर्मी है तो सब दे वास्ते गर्मी होनी है, ये ना बंदा सोचे कि कोई हिंदू कोई मुस्लिम कोई सिख ईसाई बैठा है उन्होंने गर्मी लगती, मैंने तो रब ने एसी दिता है, हाँ देख हवा ठंडी ठंडी आती, क्योंकि रब ने स्पैशल, मैं आ धर्म का इसलिए स्पैशल मेरे वास्ते पखा चलाया है। बोलो इदा होंदी है? हुण जरा गौर करना, तुहाडा बच्चा किते बैठा होवे ना, गर्मी का दिन होवे, तुसीं उत्थे हो, तुसीं कहना बच्चा बैठा पखे का मूँह ऐनूं करदे, मेरे बच्चे नूं देख गर्मी लगदी है, तुहाडे उत्थे भी फर्क है। बाकी बच्चे किहदे है? बाकी बच्चों नाल भी उन्ना ही प्यार करो जिन्ना अपने बच्चे नाल प्यार करते हो, बाकी बच्चों की भी उन्नी फिक्र करो जिन्ना अपनी फिक्र करते हो, अपने बच्चे की फिक्र करते हो। अगर सब नाल असीं उन्ना ही प्यार करांगे जिन्ना अपने नाल करते हैं तो दुनिया के चारों पासे प्यार ही प्यार होएगा, नफरत का खत्म ही हो जाएगा। समझ आ रही है साडी गल? इसलिए परमात्मा नूं असीं किद्दां जान सकते हैं, किद्दां परमात्मा तक पहुंच सकते हैं? उहदे तक पहुंचण वास्ते सब तो पहला अपने ब्रेन नूं जातां पातां ऊंच नीच दे भेदभाव तो साफ करना पएगा, ये हद्दां नूं तोड़ना पएगा, सानूं परमात्मा वाली सोच नाल सानूं जुड़ना पएगा, फिर ही असीं परमात्मा दे हो के अपने जन्म नूं अपने जीवन नूं सफल बना सकते हैं, नहीं तां धक्के खांदे रहांगे फिर। बोलो समझदे हो कि नहीं? क्योंकि याद रखो हद्दां च बन के अपनी हद बना के अपनी हद च सीमित हो के तुसीं अपना ही नुकसान करते हो, क्योंकि तुसीं बहुत बड़ी शक्ति हो। बहुत बड़ी शक्ति क्यों कह रहे हैं? क्योंकि तुसीं उस शक्ति तो पैदा होए हो, जिहड़ा सर्व शक्तिशाली है ना परमात्मा, ओदी शक्ति तो तुसीं पैदा होए हो, ओदी शक्ति ने तुहानूं बनाया है। हुण जरा इह गल नूं अच्छी तरह समझ लेना कि एक पेंटर जदों कोई तस्वीर तैयार करदा ते असीं कहंदे रंगां तो बनी है, ये लाल रंग तो बनी है, ये पीले रंग तो बनी है, ये हरे रंग तो बनी है, कह दिंदे हैं ना। हुण पेंटर जदों कोई चीज बनाता है तो पेंट तो बनाता है, कारपेंटर जदों कोई चीज बनाता है तो काहतों बनाता है? लकड़ तो बनाता है। कोई मूर्तिकार कोई मूर्ति बनाता तो काहतों बनाता है? पत्थर तो बनाता है। हुण जदों मूर्तिकार मूर्ति बनाएगा, पत्थर तो बनाई है तो असीं की कहना पत्थर दी मूर्ति, समझदे हो कि नहीं? एक कारपेंटर कोई भी चीज बनाएगा, कहना लकड़ दी आ चीज, चाहे कुर्सी बनावे, टेबल बनावे, सोफा बनावे, कुछ भी बनावे, कहना लकड़ दी चीज। हुण एक पेंटर कोई चीज बनाएगा, कहना रंगा तो बनी हुई तस्वीर। तो जदों इंसानियत की गल आती है तो असीं कहीदा है ये परमात्मा की शक्ति तो बने हैं, इसलिए ये सारे शक्तिशाली ही है। समझदे हो कि नहीं? क्योंकि जिद्दां कहते लकड़ तो बनी, ये लकड़ दी चीज है। इसी तरह तुहानूं बनाने वाला कौन है? कारपेंटर बनाएगा लकड़ दी होएगी, पेंटर बनाएगा पेंट दी होएगी, पर तुहानूं बनाया वो परमात्मा ने, वो शक्तिशाली प्रभु ने। तो जे शक्तिशाली ने बनाया है तो तुसीं भी शक्तिशाली हो। पर अज कहानी कित्थे बिगड़ जाती है? जिथे असीं अपनी शक्ति नूं पहचानण दी बजाए, अपने आप नूं जानण दी बजाए बस असीं दूजियां दी निंदिया करन च ही, दूजियां नूं थल्ले गिराण च ही, दूजियां दी बुराई करन च लगे रहंदे। बोलो समझदे हो कि नहीं? इसलिए असीं एक गल कहांगे कि जिन्ना टाइम बंदा दूजियां दी निंदिया करन च लांदा है, दूजियां नूं क्रिटिसाइज करन च लांदा है, दूजियां दी आलोचना करदा है, दूजियां च कमियां देखण च लांदा है, अगर उन्ना टाइम बंदा अखां बंद करके मैडिटेशन कर लवे, ध्यान कर लवे, तो उसदी सुरती बहुत उच्ची जगह चली जाए। समझदे हो कि नहीं? पर ध्यान करन दा, सिमरन करन दा, बंदगी करन दा बंदे को टाइम है नहीं, तो निंदिया चुगली भावें 2-2 घंटे करी जाण, उत्थे कोई अनलिमिटेड। देखिया ना कई बार 4 बंदे बहिंदे एक दूजे गल्लां करदे आ, बीबियां बहिंदियां 4 एक दूजे गल्लां करदियां है, उदां भावें चाह ना पलानी होवे
ਪਰ ਜਦੋਂ ਗੱਲ ਇੰਟਰਸਟ ਠਹਿਰ ਠਹਿਰ ਚਾਹ ਪਿਲਾਉਂਦੀ ਹੋਰ ਦੱਸ ਤੂੰ, ਦੁੱਧ ਦੀ ਪੱਤੀ ਪਾ ਕੇ ਲਿਆਂਦੀ ਆ, ਹੋਰ ਦੱਸ ਤੂੰ। ਯਾਨੀ ਉਸ ਵੇਲੇ ਤਾਂ ਕਹਿਣਾ ਇਹਨੂੰ ਸਭ ਕੁਝ ਖਿਲਾਈ ਪਿਲਾਈ ਜਾਵਾਂ ਤਾਂ ਕਿ ਗੱਲਾਂ ਦੀ ਲੜੀ ਨਾ ਟੁੱਟੇ। ਹੁਣ ਗੱਲਾਂ ਵੀ ਕੀ ਹੋ ਰਹੀਆਂ ਹੈ, ਉਹ ਫਲਾਨਾ ਇਦਾਂ ਕਰਦਾ ਹੈ, ਫਲਾਨਾ ਉਦਾਂ ਕਰਦਾ ਹੈ, ਆ ਫਲਾਨੀ ਨੇ ਇਦਾਂ ਕਰ ਦਿੱਤੀ। ਯਾਨੀ ਦੂਜਿਆਂ ਦੀਆਂ ਬੁਰਾਈਆਂ ਸੁਣ ਸੁਣ ਕੇ ਜਾਂ ਦੂਜਿਆਂ ਦੀਆਂ ਬੁਰਾਈਆਂ ਕਰ ਕਰਕੇ ਇਨਸਾਨ ਆਪਣੇ ਜੀਵਨ ਦੇ ਕੀਮਤੀ ਪਲ, ਕੀਮਤੀ ਘੜੀਆਂ ਵਿਅਰਥ ਗਵਾ ਦਿੰਦਾ ਹੈ। ਅਗਰ ਉਹਨਾਂ ਪਲਾਂ ਨੂੰ ਸਿਮਰਨ ਚ ਲਾਂਦਾ, ਮੈਡੀਟੇਸ਼ਨ ਧਿਆਨ ਦੇ ਵਿੱਚ ਲਾਂਦਾ, ਤੇ ਇਨਸਾਨ ਦੀ ਫ੍ਰੀਕੁਐਂਸੀ ਇੰਨੀ ਉੱਚੀ ਹੋ ਜਾਂਦੀ ਕਿ ਉਹ ਪਰਮਾਤਮਾ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਦਾ। ਨਿੰਦਿਆ ਕਰਕੇ, ਚੁਗਲੀ ਕਰਕੇ ਮਿਲਦਾ ਕੁਛ ਨਹੀਂ ਹੈ, ਪਰ ਗਵਾਉਂਦਾ ਬੰਦਾ ਬਹੁਤ ਕੁਛ ਹੈ। ਇਹ ਗੱਲ ਯਾਦ ਰੱਖਣਾ ਹਮੇਸ਼ਾ। ਜਦੋਂ ਕਿਸੇ ਦੀ ਬੁਰਾਈ ਕਰਦੇ ਆ ਨਾ, ਮਿਲਣਾ ਕੁਛ ਨਹੀਂ ਹੈ, ਬਸ ਮਾੜੇ ਜਿਹਾ ਸਵਾਦ ਜਿਹਾ ਆਂਦਾ, ਅੱਛਾ ਇਦਾਂ ਇਦਾਂ ਹੋ ਗਿਆ। ਉਹਦੇ 'ਚ ਕੀ ਹੈ, ਮਾੜੇ ਜਿਹੇ ਸਵਾਦ ਦੀ ਖਾਤਰ ਬੰਦਾ ਇੰਨਾ ਥੱਲੇ ਗਿਰ ਜਾਂਦਾ ਹੈ ਕਿ ਫਿਰ ਉਹਨੂੰ ਉਠਾਣਾ ਹੀ ਬੜਾ ਔਖਾ ਹੋ ਜਾਂਦਾ ਹੈ। ਤਾਂ ਹੀ ਤਾਂ ਪਹਿਲੀ ਸ਼ਰਤ ਆਂਦੀ ਹੈ ਗੁਰੂਆਂ ਰਹਿਬਰਾਂ ਦੀ, ਜਰਾ ਗੌਰ ਕਰਨਾ। ਚਾਹੇ ਸੰਤ ਫਕੀਰ ਆਏ ਹੋਣ ਭਾਰਤ ਵਿੱਚ, ਯਾਨੀ ਇਸ ਦੇਸ਼ ਵਿੱਚ, ਚਾਹੇ ਉਹ ਸੰਤ ਫਕੀਰ ਦੁਨੀਆ ਦੇ ਕਿਸੇ ਵੀ ਦੇਸ਼ 'ਚ ਪੈਦਾ ਹੋਏ ਹੋਣ, ਪਰ ਸਭ ਤੋਂ ਪਹਿਲੀ ਗੱਲ ਉਹੀ ਕਹਿੰਦੇ, ਕਿਸੇ ਦੀ ਨਿੰਦਿਆ ਨਾ ਕਰੋ, ਕਿਸੇ ਦੀ ਆਲੋਚਨਾ ਨਾ ਕਰੋ। ਦੇਖੋ ਗੱਲ ਇੱਕੋ ਹੀ ਕਹੀ ਹੈ ਉਹਨਾਂ ਨੇ, ਸਮਝਦੇ ਹੋ ਕਿ ਨਹੀਂ? ਨਹੀਂ ਤਾਂ ਤੁਸੀਂ ਕੁਰਾਨ ਪੜ੍ਹ ਲਓ, ਗੀਤਾ ਪੜ੍ਹ ਲਓ, ਗੁਰਬਾਣੀ ਪੜ੍ਹ ਲਓ, ਬਾਈਬਲ ਪੜ੍ਹ ਲਓ, ਜਾਂ ਹੋਰ ਧਾਰਮਿਕ ਸ਼ਾਸਤਰ ਪੜ੍ਹ ਕੇ ਦੇਖ ਲਓ, ਤੁਸੀਂ ਗੁਰੂਆਂ ਰਹਿਬਰਾਂ ਦੇ ਬਚਨ ਪੜ੍ਹ ਕੇ ਦੇਖ ਲਓ, ਸ਼੍ਰੀ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਪੜ੍ਹ ਕੇ ਦੇਖ ਲਓ। ਹਰ ਜਗ੍ਹਾ ਉਹਨਾਂ ਨੇ ਇਹੀ ਕਿਹਾ ਕਿ ਪਿਆਰਿਆ, ਸਭ ਨਾਲ ਪ੍ਰੇਮ ਕਰ, ਕਿਸੇ ਦੀ ਨਿੰਦਿਆ ਨਾ ਕਰ, ਕਿਸੇ ਨਾਲ ਬੁਰਾ ਨਾ ਕਰ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਦੂਜਿਆਂ ਨਾਲ ਅਸੀਂ ਬੁਰਾ ਕਰਦੇ ਹਾਂ, ਦੂਜਿਆਂ ਦੀ ਬੁਰਾਈ ਕਰਦੇ ਹਾਂ, ਚਾਹੇ ਕਰਮਿਕ ਤੌਰ ਤੇ, ਕਰਮਿਕ ਦਾ ਮਤਲਬ ਹੈ ਕਰਮਾਂ ਦੇ ਜ਼ਰੀਏ, ਚਾਹੇ ਸ਼ਾਬਦਿਕ ਤੌਰ ਤੇ ਯਾਨੀ ਸ਼ਬਦਾਂ ਦੇ ਜ਼ਰੀਏ, ਤਾਂ ਉਹਦਾ ਪ੍ਰਭਾਵ ਸਾਡੇ ਜੀਵਨ ਤੇ ਹੋ ਕੇ ਰਹਿੰਦਾ ਹੈ। ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਮੇਰੀ ਸੁਰਤੀ ਇੰਨੀ ਉੱਚੀ ਹੋਵੇ ਕਿ ਮੈਂ ਪ੍ਰਭੂ ਦੀਆਂ ਘਰ ਦੀਆਂ ਰਹਿਮਤਾਂ ਨੂੰ ਦੇਖ ਵੀ ਸਕਾਂ, ਪ੍ਰਾਪਤ ਵੀ ਕਰ ਸਕਾਂ, ਉਹਨੂੰ ਸੁਣ ਵੀ ਸਕਾਂ, ਉਹਨੂੰ ਸੁਣਾ ਵੀ ਸਕਾਂ, ਇੰਨੀ ਉੱਚੀ ਮੇਰੀ ਫ੍ਰੀਕੁਐਂਸੀ ਹੋ ਜਾਵੇ, ਮੇਰੀ ਸੁਰਤੀ ਇੰਨੀ ਉੱਚੀ ਹੋ ਜਾਵੇ, ਤਾਂ ਫਿਰ ਸਾਨੂੰ ਉਹ ਕਰਮ ਕਰਨੇ ਪੈਣਗੇ ਜੋ ਸੁਰਤੀ ਨੂੰ ਉੱਪਰ ਲੈ ਕੇ ਜਾਣ ਵਾਲੇ, ਜੋ ਸਾਡੀ ਸੁਰਤੀ ਨੂੰ ਗਿਰਾਉਣ ਵਾਲੇ। ਉਹ ਕਰਮਾਂ ਦਾ ਤਿਆਗ ਸਾਨੂੰ ਅੱਜ ਹੀ ਕਰਨਾ ਪੈਣਾ ਹੈ। ਇਹ ਨਾ ਸੋਚੋ ਕੱਲ ਕਰਾਂਗੇ, ਪਰਸੋਂ ਕਰਾਂਗੇ, ਕਿਉਂਕਿ ਕੱਲ ਕਰੇ ਸੋ आज कर, आज करे सो अब, पल में परलो होएगी बहुरी करेगा कब। जिंदगी का कोई पता नहीं केड़े वेले प्रलय आ जानी है, केड़े वेले ये संसार खत्म हो जाना। हुण संसार खत्म होने का मतलब ये भी ना सोचो दुनिया खत्म हो जानी है। संसार खत्म होने का मतलब है कि जदों तेरा जीवन खत्म हो गया, तेरे वास्ते संसार तो उदों ही खत्म है। मुर्दे वास्ते है कोई संसार? हुण मुर्दे नूं कह दो ओ सोहनी कार लै भी तेरे वास्ते लियांदी है, या आ सोहना खाना तेरे वास्ते रखिया है, आ सोहना कपड़ा तेरे वास्ते रखिया है, आ लैके मैं कोठी तेरे नां करवा दी, तो मुर्दे नूं फर्क पैना कोई इहदे नाल? क्योंकि उहदा तो सब कुछ खत्म ही है। इसी तरह जदों तुहाडी जान चली गई तो दुनिया तो तुहाडे वास्ते परलो तो आ गई, क्यामत तो आ गई उदों ही तुहाडे वास्ते। इस तो पहला कि मौत आवे तो इहनूं इदां समझ लो कि बड़ी शक्ति तुहाडे अंदर छुपी हुई है, बड़ी ताकत तुहाडे अंदर छुपी हुई है, पर मौत आन तो पहला पहला युक्ति लैके वो ताकत नूं जान लईए ताकि उसका इस्तेमाल करके अपने जीवन नूं सफल बना लईए। किते ये ना होवे कि ताकत अंदर सी पर असीं उहनूं बिना जाने ही मिट्टी चले गए, बिना जाने ही असीं कबरां 'च चले गए। जरा गौर करो, ये तो उही गल होएगी कि किसी बंदे दे अंदर बहुत कीमती हीरा सी पर उहनूं पता ही नहीं, मर गया और मर के हीरा नाल ही सड़ गया। इसी तरह अज वो इंसान की हालत हो जाती है कि जिहदे अंदर वो सर्व शक्तिशाली परमात्मा बैठा पर उहनूं ओहदा इल्म ही नहीं है, उहनूं ओहदा ज्ञान ही नहीं है, और वो ज्ञान नूं जानण वास्ते समझण वास्ते गुरु की जरूरत हुंदी है। पर जे ज्ञान ही नहीं है तो बंदा उदे जीवन गवा के चला जाता है। हुण जरा समझो इस चीज में, तुहाडे अंदर वो शक्ति है, वो शक्ति नूं जानण वास्ते की करना पैना है, जरा हुण ध्यान दिओ। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।